ਵਾਰ ਲੱਗਦਾ ਕਿ ਮੌਕਾ ਲੋਕਾਂ ਨੇ ਦਿੱਤਾ ਹੋਣਾ, ਅਮਰਗੜ੍ਹ ਦੇ ਲੋਕਾਂ ਨੇ ਵਿਧਾਨ ਸਭਾ ਜਾਣ ਦਾ ਜੀ? ਇਹ ਤੁਸੀਂ ਦੱਸ ਸਕਦੇ ਹੋ, ਕਿਤੇ ਵੀ ਲੜਾਈ ਤੋਂ ਸਿੱਖ ਪਿੱਛੇ ਨਹੀਂ ਹਟਦਾ, ਹਾਰ ਜਾਂਦਾ ਹੈ, ਪਰ ਹੌਸਲਾ ਕਦੇ ਸਿੱਖ ਛੱਡਦਾ ਨਹੀਂ। ਇਹ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਦੀ, ਪਰ ਸਾਨੂੰ ਸਾਰੇ ਸੂਬੇ ਦੇ ਲਈ ਇੱਕ ਨਿਸ਼ਾਨ ਸਾਹਿਬ ਨਹੀਂ ਦਿੱਤਾ। EVM ਮਸ਼ੀਨਾਂ ਦੇ ਵਿੱਚ ਜੇ ਸੈਂਟਰ ਹਿੰਦੂਤਵਾ ਦੇ ਲੋਕਾਂ ਨੇ ਉਹਦੇ ਵਿੱਚ ਕੁਛ ਪਾਤਾ, ਸੈੱਲ ਪਾਤੇ, ਤਾਂ ਫਿਰ ਨਤੀਜਾ ਬਿਲਕੁਲ ਉਲਟ ਹੋ ਸਕਦਾ। BJP RSS ਆਪਣੇ ਮੁਲਕ ਨੂੰ ਬਦਨਾਮ ਕਰ ਰਹੇ ਆ। PM ਮੋਦੀ ਦਾ ਰੋਲ ਤੇ ਅਰਵਿੰਦ ਕੇਜਰੀਵਾਲ ਦਾ ਰੋਲ ਕਿਵੇਂ ਦੇਖ ਰਹੇ ਹੋ? ਜਿਹੜੇ ਸਿੱਖ ਖੜੇ ਹੈ ਉਹਨਾਂ ਨੂੰ ਅਸੀਂ ਟਿੱਚ ਨਹੀਂ ਸਮਝਦੇ ਕਿ ਇਹਦੇ ਪਿੱਛੇ ਹਕੂਮਤ ਦਾ ਹੱਥ ਹੈ, ਕਿ ਜੋ ਸਿੱਧੂ ਸਾਹਿਬ ਦੇ ਨਾਲ ਉਸ ਦਿਨ ਕੀਤਾ ਗਿਆ। ਇਹ ਉਸ ਦਿਨ ਕਿੰਗਸ ਕਾਲਜ ਦਾ ਪੜ੍ਹਿਆ ਹੋਇਆ ਸਿੱਧੂ ਸਾਹਿਬ ਮੇਜ਼ ਤੇ ਬੈਠਾ ਹੁੰਦਾ, ਸਾਨੂੰ ਸਿੱਖਾਂ ਨੂੰ ਵੀ ਆਪਣਾ ਤੀਜਾ ਹਿੱਸਾ ਮਿਲ ਜਾਣਾ ਸੀ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਲ, ਜੋ ਹੁਣੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਹਲਕਾ ਅਮਰਗੜ੍ਹ ਤੋਂ ਇਲੈਕਸ਼ਨ ਕੰਟੈਸਟ ਕਰਕੇ ਹਟੇ ਨੇ ਤੇ ਇਸ ਵੇਲੇ ਗੁਰੂ ਘਰ 'ਚ ਮੌਜੂਦ ਨੇ। ਸਾਡੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ ਸਵਾਗਤ ਹੈ ਜੀ ਪਹਿਲਾਂ ਤਾਂ ਬਾਬੂਸ਼ਾਹੀ ਤੇ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੂ ਸ਼ਾਹ ਸਾਹਿਬ ਜੀ। ਮਾਨ ਸਾਹਿਬ, ਇਲੈਕਸ਼ਨ ਹੋ ਚੁੱਕੇ ਨੇ, ਅਮਰਗੜ੍ਹ ਤੋਂ ਤੁਸੀਂ ਇਲੈਕਸ਼ਨ ਕੰਟੈਸਟ ਕੀਤੇ, ਕਿਤੇ ਕਿਵੇਂ ਦਾ ਰਿਹਾ ਇਸ ਵਾਰ ਦਾ ਜਿਹੜਾ ਐਕਸਪੀਰੀਅੰਸ ਸੀਗਾ? ਮੇਰਾ ਤਾਂ ਤਜਰਬਾ ਬਹੁਤ ਵਧੀਆ ਰਿਹਾ। ਉਹਦੀ ਵਜ੍ਹਾ ਸੀਗਾ ਕਿ ਸਾਰੇ ਲੋਕ ਆਪਣੀ ਪਾਰਟੀ ਦਾ ਸਮਰਥਨ ਕੀਤਾ। ਖਾਸ ਕਰਕੇ ਸਤਬੀਰ ਸਿੰਘ ਜੀ ਮੇਰੇ ਨਾਲ ਜਿਹੜੇ ਬੈਠੇ ਹੈ, ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਆਪਣੀ ਸੀਟ ਛੱਡ ਕੇ ਸਾਡੀ ਪਾਰਟੀ ਦੀ ਇਮਦਾਦ ਕੀਤੀ ਹੈ ਅਤੇ ਮੈਂ ਇਹਨਾਂ ਦਾ ਬਹੁਤ ਰਣੀ ਹਾਂ। ਸਾਰੇ ਦਾ ਜਿਹੜੇ ਬਾਹਰ ਵੱਸਦੇ ਹੈ, ਇੱਥੇ ਵੱਸਦੇ ਹੈ, ਜਿੰਨੀਆਂ ਵੀ ਸੰਸਥਾਵਾਂ ਹੈਗੀਆਂ, ਸਾਰਿਆਂ ਨੇ ਸਾਡੀ ਪਾਰਟੀ ਨੂੰ ਸਪੋਰਟ ਕੀਤਾ। ਸੋ ਮੈਂ ਤੁਹਾਡਾ ਅਤੇ ਸਾਰਿਆਂ ਦਾ ਬਹੁਤ ਰਣੀ ਹੈ। ਮਾਨ ਸਾਹਿਬ, ਕਿਹੜੇ ਮੁੱਦਿਆਂ ਤੇ ਇਸ ਵਾਰ ਚੋਣਾਂ ਲੜੀਆਂ ਸੀ? ਵੈਸੇ ਤਾਂ ਤੁਹਾਡੇ ਕੋਲੇ ਹਰ ਵਾਰ ਬੜੇ ਮੁੱਦੇ ਹੁੰਦੇ ਨੇ, ਇਸ ਵਾਰ ਕਿਹੜੇ ਵੱਖ ਮੁੱਦੇ ਰਹੇ ਤੁਹਾਡੇ? ਵੱਖ ਮੁੱਦੇ ਰਹੇ ਜੀ ਕਿ ਇੱਕ ਤਾਂ ਗਰੀਬਾਂ ਦੇ ਕੋਲੇ ਘਰ ਹੈ ਨਹੀਂ ਗੇ, ਉਹਨਾਂ ਦੀਆਂ ਛੱਤਾਂ ਚਿਉਂਦੀਆਂ। ਫਿਰ ਇੱਥੋਂ ਦੇ ਜਿਹੜੇ ਗੁੱਜਰ ਮੁਸਲਮਾਨ ਹੈ, ਉਹਨਾਂ ਦਾ ਘਰ-ਬਾਰ ਹੈ ਨਹੀਂ ਗਾ, ਅਤੇ ਗਰੀਬੀ ਵੀ ਬਹੁਤ ਹੈ ਸਾਡੇ ਮੁਸਲਮਾਨਾਂ 'ਚ। ਉਹਨਾਂ ਦੇ ਘਰ ਦੇ ਵਿੱਚ 20 ਬੰਦੇ ਰਹਿੰਦੇ ਹੈ। ਫਿਰ ਜਿਹੜੇ ਸਾਡੇ ਰੰਗਰੇਟੇ ਸਿੱਖ ਹੈ, ਉਹਨਾਂ ਦਾ ਵੀ ਬੜਾ ਬੁਰਾ ਹਾਲ ਹੈ। ਉਹਨਾਂ ਦੇ ਕੋਲ ਇੱਕ ਵੱਡਾ ਕਮਰਾ ਹੈ, ਉਹਨਾਂ ਦੇ ਵਿੱਚ ਆਪ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੇ ਪੁੱਤ ਅਤੇ ਨੂੰਹ ਵੀ ਉੱਥੇ ਸੌਂਦੀਆਂ। ਅਤੇ ਜੇ ਧੀ ਅਤੇ ਜਵਾਈ ਆ ਜਾਣ, ਉਹ ਵੀ ਉਸੇ ਕਮਰੇ 'ਚ। ਜੇ ਠੰਡ ਹੋ ਜਾਏ ਤਾਂ ਮੱਝ ਵੀ ਉਸੇ ਕਮਰੇ 'ਚ। ਇਹ ਜਿਹੜਾ ਜ਼ੁਲਮ ਹੈ, ਇਹ ਬਰਦਾਸ਼ਤ ਕਿਸੇ ਵੀ ਸਿਵਲਾਈਜ਼ਡ ਜਿਹੜਾ ਮਨੁੱਖਤਾ ਦੇ ਵਿੱਚ ਮੰਨਦਾ ਹੈ, ਉਸ ਤੋਂ ਸਹਿ ਨਹੀਂ ਜਾ ਸਕਦਾ। ਜੋ ਕੁਛ ਇੰਦਰਾ ਗਾਂਧੀ ਨੇ 60 ਸਾਲ ਪਹਿਲਾਂ ਕਿਹਾ ਕਿ ਅਸੀਂ ਗਰੀਬੀ ਨੂੰ ਦੂਰ ਕਰਾਂਗੇ, ਸਾਰਿਆਂ ਦੇ ਕੋਲ ਕੱਪੜਾ, ਰੋਟੀ, ਮਕਾਨ ਹੋਊਗਾ। ਹੁਣ ਇੰਨੇ ਸਾਲ ਹੋ ਗਏ ਹੈ, ਨਾ ਕਾਂਗਰਸ ਨੇ, ਨਾ ਆਮ ਪਾਰਟੀ ਨੇ, ਨਾ BJP ਨੇ, ਨਾ ਬਾਦਲ ਦਲੀਆਂ ਨੇ, ਨਾ ਸਰਸੇ ਵਾਲਿਆਂ ਨੇ, ਕਿਉਂ ਕਰਕੇ ਉਹ ਵੀ ਪੋਲੀਟੀਕਲ ਪਾਰਟੀ ਬਣ ਗਈ ਹੈ, ਜਿਸ ਨੇ ਐਤਕੀ ਸਪੋਰਟ ਕੀਤਾ ਬਾਦਲ ਦਲ ਅਤੇ BJP ਨੂੰ। BJP ਇਹਨਾਂ ਨੇ ਇੱਧਰਲੇ ਪਾਸੇ ਨਹੀਂ ਕਦੇ ਸੋਚਿਆ। ਅਤੇ ਸਾਡੀ SGPC ਜਿਹੜੀ ਹੈਗੀ ਹੈ ਜਮਾਤ ਸਿੱਖਾਂ ਦੀ, ਇਹਨਾਂ ਨੇ ਵੀ ਨਹੀਂ ਸਮਝਿਆ ਆਪਣਾ ਫਰਜ਼ ਕਿ ਅਸੀਂ ਜਿਹੜੇ ਰੰਗਰੇਟੇ ਹੈ, ਉਹਨਾਂ ਦੀ ਪੜ੍ਹਾਈ ਲਿਖਾਈ ਉੱਤੇ ਤੱਕ ਮੁਫਤ ਕਰੀਏ। ਉਹਨਾਂ ਦੇ ਕਾਲਜਿਸ ਹੈਗੇ ਆ, ਉਹਨਾਂ ਦੇ ਹੌਸਪੀਟਲਸ ਹੈਗੇ ਹੈ, ਉੱਥੇ ਇਹਨਾਂ ਦਾ ਮੁਫਤ ਦਾ ਦਵਾਈ ਬੂਟੀ ਹੋਵੇ, ਇਹਨਾਂ ਦੀ ਪੜ੍ਹਾਈ ਹੋਵੇ। ਸੋ ਇਹ ਸਾਰਾ ਢਾਂਚਾ ਤਬਦੀਲ ਕਰਨਾ ਪਊਗਾ। ਅਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਇਹ ਹੈ ਸਾਡੇ ਲਈ ਕਿ ਜਿਹੜਾ ਲੱਦਾਖ ਦੇ ਵਿੱਚ 2020 'ਚ ਹਿੰਦੁਤਵਾ ਦੇ ਰਾਜ ਨੇ 900 ਕਿਲੋਮੀਟਰ ਧਰਤੀ ਲੱਦਾਖ ਦੀ ਚੀਨੀਆਂ ਨੂੰ
ਲਟਾਤੀ ਹੈ ਤੇ ਫਤਿਹ ਕਰਾਤੀ ਹੈ। ਸਾਨੂੰ ਦੁੱਖ ਆਉਂਦਾ ਕਿਉਂ ਕਰਕੇ ਸਿੱਖ ਕੌਮ ਦੇ ਰਾਜ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲਦਾਖ ਲਾਹੌਰ ਦਰਬਾਰ ਨੇ ਫਤਿਹ ਕੀਤੀ ਸੀ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਰਾਜ ਦੇ ਟੋਟੇ ਹੋਈ ਜਾਂਦੇ ਹੈ, ਸਾਨੂੰ ਸਿੱਖਾਂ ਨੂੰ ਦੁੱਖ ਬੜਾ ਲੱਗਦਾ ਹੈ। ਤੇ ਜੇ ਇੰਨਾ ਹੀ ਦੁੱਖ ਹਿੰਦੂਤਵਾ ਨੂੰ ਲੱਗਣ ਲੱਗ ਪਏ, ਫਿਰ ਮੇਰਾ ਮਤਲਬ ਹੈ ਚੀਨੀ ਸਾਡੇ ਫਤਿਹ ਕੀਤੇ ਹੋਏ ਇਲਾਕਿਆਂ ਦੇ ਉੱਤੇ ਹਮਲੇ ਨਹੀਂ ਕਰ ਸਕਦੇ। ਮਾਨ ਸਾਹਿਬ, ਇਸ ਵਾਰ ਲੋਕਾਂ ਦਾ ਉਤਸ਼ਾਹ ਦੇਖ ਰਹੇ ਸੀ ਅਸੀਂ, ਕਾਫੀ ਜ਼ਿਆਦਾ ਸੀ, ਕਾਫੀ ਸਪੋਰਟ ਤੁਹਾਨੂੰ ਮਿਲ ਰਹੀ ਸੀਗੀ। ਲੱਗ ਰਿਹਾ ਫਿਰ ਹੁਣ ਵੀ ਜਿਵੇਂ ਤੁਸੀਂ ਜਿੰਨੇ ਲੋਕਾਂ 'ਚ ਵਿਚਰ ਰਹੇ ਹੋ, ਇਸ ਵਾਰ ਲੱਗਦਾ ਕਿ ਮੌਕਾ ਲੋਕਾਂ ਨੇ ਦਿੱਤਾ ਹੋਣਾ, ਅਮਰਗੜ੍ਹ ਦੇ ਲੋਕਾਂ ਨੇ ਵਿਧਾਨ ਸਭਾ ਜਾਣ ਦਾ ਜੀ? ਇਹ ਤੁਸੀਂ ਦੱਸ ਸਕਦੇ ਹੋ, ਇਹ ਜਰਨਲਿਸਟ ਦੱਸ ਸਕਦੇ ਹੋ। ਸਾਨੂੰ ਕੀ ਪਤਾ ਕੀ ਹੋਊਗਾ, ਕਿਉਂਕਿ EVM ਮਸ਼ੀਨਾਂ ਦੇ ਵਿੱਚ ਜੇ ਸੈਂਟਰ ਹਿੰਦੂਤਵਾ ਦੇ ਲੋਕਾਂ ਨੇ ਉਹਦੇ ਵਿੱਚ ਕੁਛ ਪਾਤਾ, ਸੈੱਲ ਪਾਤੇ, ਤਾਂ ਫਿਰ ਨਤੀਜਾ ਬਿਲਕੁਲ ਉਲਟ ਹੋ ਸਕਦਾ। ਜਿੰਨਾ ਚਿਰ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਹਿੰਦੁਸਤਾਨ ਦੀ ਜਮਹੂਰੀਅਤ ਪੱਕੇ ਪੈਰਾਂ 'ਤੇ ਜੰਮ ਉੱਠੀ ਹੈ ਤੇ ਇਲੈਕਸ਼ਨ ਕਮਿਸ਼ਨ ਸਾਡੇ ਨਾਲ ਇਨਸਾਫ ਕਰੂਗਾ। ਹੁਣ ਬੇਇਨਸਾਫੀ ਸਾਡੇ ਨਾਲ ਬਹੁਤ ਹੋਈ ਹੈ। ਸਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਦੀ, ਪਰ ਸਾਨੂੰ ਸਾਰੇ ਸੂਬੇ ਦੇ ਲਈ ਇੱਕ ਨਿਸ਼ਾਨ ਸਾਹਿਬ ਨਹੀਂ ਦਿੱਤਾ। ਪਰ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਨਵੀਆਂ ਪਾਰਟੀਆਂ ਸਾਡੇ ਬਾਅਦ 'ਚ ਬਣਾਈਆਂ। ਹਾਂ, ਤੇ ਉਹਨਾਂ ਨੂੰ ਚੋਣ ਨਿਸ਼ਾਨ ਸੈਂਟਰਲ ਦੇ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਹੈ। ਇਹਦਾ ਮਤਲਬ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਹਿੰਦੂਤਵਾ ਦਾ ਜ਼ੋਰ ਸੀ ਕਿ ਕਿਸੇ ਨੇ ਕਿਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਕੱਠਾ ਨਹੀਂ ਹੋਣ ਦੇਣਾ ਤੇ ਇਕੱਠੇ ਵੋਟ ਨਹੀਂ ਪੈਣ ਦੇਣੇ। ਜਿੰਨਾ ਚਿਰ ਜਮਹੂਰੀਅਤ ਸਹੀ ਢੰਗ ਦਾ ਨਾਲ ਨਹੀਂ ਚੱਲੂਗੀ, ਉਨਾ ਚਿਰ ਇਹ BJP RSS ਆਪਣੇ ਮੁਲਕ ਨੂੰ ਬਦਨਾਮ ਕਰ ਰਹੇ ਹੈ। ਇਹ ਦੇਖ ਲੈਣ, ਅਸੀਂ ਹਾਰੀਏ ਨਾ ਜਿੱਤੀਏ, ਪਰ ਮੇਰਾ ਮਤਲਬ ਜੇ ਹਾਰ ਵੀ ਤਾਂ ਜਿੱਤਦੇ ਵੀ ਨਹੀਂ, ਇੰਡੀਆ ਇਹਨਾਂ ਦਾ ਹਾਰੂਗਾ। ਇਸ ਵਾਰ ਤੁਸੀਂ ਮਾਨ ਸਾਹਿਬ ਅਲਾਇੰਸ ਵੀ ਨਹੀਂ ਕੀਤਾ, ਪਹਿਲਾਂ ਵੀ ਨਹੀਂ ਕਰਦੇ, ਇਹਦੀ ਕੀ ਵਜ੍ਹਾ ਜੀ? ਕੋਈ ਲੱਗਦਾ ਨਹੀਂ ਕੋਈ ਪੋਲੀਟੀਕਲ ਪਾਰਟੀ ਜਿਹਦੇ ਨਾਲ ਤੁਹਾਡੀ ਕੋਈ ਵਿਚਾਰਧਾਰਾ ਮਿਲਦੀ ਹੋਵੇ, ਜਾਂ ਤੁਹਾਨੂੰ ਲੱਗਦਾ ਹੋਵੇ ਕਿ ਉਹਨਾਂ ਦੇ ਨਾਲ ਚੱਲ ਕੇ ਫਾਇਦਾ ਹੋ ਸਕਦਾ? ਜਦੋਂ ਦਾ 1947 'ਚ ਅੰਗਰੇਜ਼ਾਂ ਨੇ ਮਤਸਵੀ ਸੋਚ ਦੇ ਉੱਤੇ ਆਪਣੇ ਬਰਤਾਨੀਆ ਦੇ ਰਾਜ ਦਾ ਦੋ ਟੋਟੇ ਕੀਤੇ, ਇੱਕ ਮੁਸਲਮਾਨਾਂ ਨੂੰ ਪਾਕਿਸਤਾਨ ਦੇਤਾ, ਹਿੰਦੂਆਂ ਨੂੰ ਇੰਡੀਆ ਦੇਤਾ। ਹੁਣ ਮੁੱਖ ਚੀਜ਼ ਹੈ ਸਾਡੀ ਹਿੰਦੂਤਵਾ ਦੀ ਮਨੂਵਾਦ, ਅਤੇ ਮਨੂਵਾਦ ਨੇ ਜਾਤ ਪਾਤ ਲੈ ਕੇ ਆਂਦੀ ਹੈ, ਅਤੇ ਇਹ ਮੁਲਕ ਜਾਤ ਪਾਤ ਦੇ ਉੱਤੇ ਚੱਲਦਾ ਹੈ। ਤਾਂ ਫਿਰ ਸਾਡਾ ਨੰਬਰ ਤਾਂ ਬਹੁਤ ਥੱਲੇ ਆਉਂਦਾ ਹੈ ਅਤੇ ਸਾਨੂੰ ਥੱਲੇ ਰੱਖਿਆ ਗਿਆ ਹੈ। ਇਸ ਕਰਕੇ ਪਰ ਅਸੀਂ ਲੜਨੋਂ ਨਹੀਂ ਹਟੇ ਹੈਗੇ। ਕਿਤੇ ਵੀ ਲੜਾਈ ਤੋਂ ਸਿੱਖ ਪਿੱਛੇ ਨਹੀਂ ਹਟਦਾ, ਹਾਰ ਜਾਂਦਾ ਹੈ, ਪਰ ਹੌਸਲਾ ਕਦੇ ਸਿੱਖ ਛੱਡਦਾ ਨਹੀਂ, ਉੱਠ ਕੇ ਫੇਰ ਖੜਾ ਹੋ ਜਾਂਦਾ ਲੜਨ ਨੂੰ। ਜਿਵੇਂ ਇੱਕ ਜ਼ਿਮੀਂਦਾਰ ਦੇ ਮੁੰਡੇ ਨੂੰ ਬਾਣੀਏ ਨੇ ਢਾਹ ਲਿਆ ਸੀਗਾ, ਅਤੇ ਉੱਤੇ ਬੈਠਾ ਬਾਣੀਆ ਰੋਈ ਜੇ। ਤੁਹਾਡੇ ਵਰਗੇ ਨੇ ਪੁੱਛਿਆ ਕੀ ਗੱਲ ਹੈ, ਤੂੰ ਕਿਉਂ ਰੋਈ ਜਾਂਦਾ? ਕਹਿੰਦਾ ਰੋਂਦਾ ਮੈਂ ਤਾਂ ਕਿਉਂ ਕਰਕੇ ਜੇ ਉੱਠ ਪਿਆ ਫਿਰ ਮੈਨੂੰ ਕੁੱਟੂਗਾ, ਹੈ ਨਾ। ਹੁਣ ਇਹੀ ਹਿਸਾਬ ਸਿੱਖਾਂ ਦਾ ਹੈਗਾ ਕਿ ਇਹ ਸਮਝਦੇ ਕਿ ਜੇ ਇਹਨਾਂ ਨੂੰ ਥੋੜ੍ਹੀ ਜਿਹੀ ਤਾਕਤ ਮਿਲ ਗਈ, ਇਹ ਪਤਾ ਨਹੀਂ ਕੀ ਕਰ ਦੇਣਗੇ। ਹੁਣ ਲਦਾਖ ਅਤੇ ਕਸ਼ਮੀਰ ਤਾਂ ਇਹਨਾਂ ਤੋਂ ਸਾਂਭਿਆ ਨਹੀਂ ਗਿਆ। ਅੰਗਰੇਜ਼ਾਂ ਨੇ ਸਾਰਾ ਕਸ਼ਮੀਰ ਇਹਨਾਂ ਨੂੰ, ਹਿੰਦੂਤਵਾ ਨੂੰ ਦਿੱਤਾ ਸੀਗਾ 1947 'ਚ। ਜਿੱਦਣ ਦਾ ਇਹਨਾਂ ਦਾ ਰਾਜ ਆਇਆ, ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਨੂੰ ਦੇਤਾ, ਇੱਕ ਹਿੱਸਾ ਚੀਨ ਨੂੰ ਦੇਤਾ, ਅਤੇ ਇਹਨਾਂ ਦਾ BJP ਦਾ ਪ੍ਰਧਾਨ, ਉਹਦਾ ਨਾਂ ਕੀ ਹੈਗਾ ਜੀ, ਇਹ ਨਾਡੂ ਸਾਹਿਬ ਅਤੇ ਕੈਪਟਨ ਅਮਰਿੰਦਰ ਸਿੰਘ ਦੋਨੋਂ ਇਕੱਠੇ ਹੋ ਕੇ ਕਹਿੰਦੇ ਹੈ ਪ੍ਰੈਸ ਕਾਨਫਰੰਸ ਕਿ ਜੇ ਸਾਡੀ ਪਾਰਟੀ ਰਾਜ ਦੇ ਵਿੱਚ ਨਾ ਆਈ ਤਾਂ ਪਾਕਿਸਤਾਨ ਦਾ ਅਸਰ ਇੱਥੇ ਬਹੁਤ ਹੋ ਜਾਣਾ। ਹੁਣ ਤੁਸੀਂ ਦੱਸੋ, ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਨਾ ਸੀ ਹਿੰਦੂ ਨਾ ਮੁਸਲਮਾਨ,
ਤੇ ਅਸੀਂ ਤਾਂ ਨਾ ਪਾਕਿਸਤਾਨ ਨੂੰ ਅੰਦਰ ਆਉਣ ਦਿੱਤਾ, ਤੇ ਜੇ ਅਸੀਂ ਜਿੱਤ ਗਏ ਫਿਰ ਦਿੱਲੀ ਨੂੰ ਵੀ ਦੂਰ ਰੱਖਾਂਗੇ। ਕਿਉਂ ਕਰਕੇ ਅਸੀਂ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਅਸੀਂ ਵਿਚਾਲੇ ਹੈ। ਇਹ ਦੋਨਾਂ ਦੇਸ਼ਾਂ ਦਾ ਬਹੁਤ ਫਾਇਦਾ ਹੋਊਗਾ, ਕਿਉਂ ਕਰਕੇ ਇਹਨਾਂ ਦੇ ਵਿੱਚ ਇੱਕ ਸਿੱਖ ਆ ਜਾਣਗੇ। ਫਿਰ ਮਿਲਟਰੀਲੀ ਨਾ ਪਾਕਿਸਤਾਨ ਨੂੰ ਖਤਰਾ ਹੋਊਗਾ ਮੁਸਲਮਾਨ ਨੂੰ, ਨਾ ਹਿੰਦੂ ਇੰਡੀਆ ਨੂੰ ਖਤਰਾ ਹੋਊਗਾ। ਵਿੱਚ ਸਿੱਖ ਹੋਣਗੇ ਜਿਹੜਾ ਕਿ ਇੱਕ ਬਫਰ ਸਟੇਟ ਹੋਣਗੇ, ਠੀਕ ਹੈ। ਜਦੋਂ ਵਿੱਚ ਜੇ ਸਤਬੀਰ ਸਿੰਘ ਇਹਨਾਂ ਦੇ ਵਿੱਚ ਖੜਾ ਹੋ ਜੇ ਕੈਮਰਾਮੈਨ ਦੇ, ਫਿਰ ਮੈਂ ਕੈਮਰਾਮੈਨ ਨੂੰ ਘਸੁੰਨ ਤਾਂ ਨਹੀਂ ਮਾਰ ਸਕਦਾ। ਇਸੇ ਤਰ੍ਹਾਂ ਸਿੱਖਾਂ ਦਾ ਰਾਜ ਆਉਣ 'ਤੇ ਇਹ ਬਫਰ ਸਟੇਟ ਬਣ ਜੂ ਮੁਸਲਮਾਨ ਅਤੇ ਹਿੰਦੂ ਦੇ ਵਿਚਾਲੇ। ਮਾਨ ਸਾਹਿਬ, ਜਿਹੜੇ ਤੁਹਾਡੇ ਓਪੋਨੈਂਟਸ ਸੀਗੇ, ਸ਼੍ਰੋਮਣੀ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਸੀ, ਬੀਜੇਪੀ, ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ? ਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ, ਪਿਛਲੇ ਕਾਫੀ ਮਹੀਨਿਆਂ ਤੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪੰਜਾਬ ਤੇ ਬੜਾ ਫੋਕਸ ਕਰ ਰਹੇ ਸੀਗੇ ਉਹ, ਚਾਹੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਹੋਰ ਵੀ ਜਿਹੜੇ ਐਲਾਨ ਕੀਤੇ। ਮੋਦੀ ਪੀਐਮ ਮੋਦੀ ਦਾ ਰੋਲ ਤੇ ਅਰਵਿੰਦ ਕੇਜਰੀਵਾਲ ਦਾ ਰੋਲ ਕਿਵੇਂ ਦੇਖ ਰਹੇ ਹੋ? ਅਗਰ ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਕੀ ਲੱਗਦਾ ਪੰਜਾਬ ਦਾ ਫਿਊਚਰ ਕਿਵੇਂ ਹੋ ਸਕਦਾ ਉਹਨਾਂ ਦੇ ਹੱਥਾਂ 'ਚ? ਅਗਰ ਕਿ ਹੈ ਕਿ ਉਹਨਾਂ ਨੂੰ ਕੀ ਸਮਝਦੇ ਹੋ? ਆਹ ਸਰ ਸਤਬੀਰ ਸਿੰਘ ਖੜੇ ਆ, ਸਾਰੇ ਸੂਰਮੇ ਸਿੱਖ ਖੜੇ ਆ, ਉਹਨਾਂ ਨੂੰ ਅਸੀਂ ਟਿੱਚ ਨਹੀਂ ਸਮਝਦੇ। ਬਿਲਕੁਲ, ਅਸੀਂ ਇਕੱਲੇ 62 ਤੋਂ 67 ਹਜ਼ਾਰ ਦੇ ਵਿੱਚ ਹੋਵਾਂਗੇ ਤੇ ਸਾਰੀਆਂ ਸਿਆਸੀ ਪਾਰਟੀਆਂ 62 ਤੋਂ 67 ਦੇ ਵਿੱਚ ਸਿਮਟ ਜਾਣਗੀਆਂ। ਅਹਿਮਦਗੜ੍ਹ ਮੰਡੀ ਦੀ ਗੱਲ ਕਰਦੇ ਆ, ਉੱਥੋਂ ਵੀ ਅਸੀਂ ਜਿੱਤ ਦਰਜ ਕਰਾਂਗੇ। 4800 ਤੋਂ ਲੈ ਕੇ 57-5800 ਤੱਕ ਸਾਨੂੰ ਇਕੱਲਿਆਂ ਨੂੰ ਵੋਟ ਪਊਗੀ, ਜਦ ਤੱਕ 18000 ਦੇ ਵਿੱਚ ਬਾਕੀ ਰਹਿਣਗੇ। ਸਾਰੇ ਪਿੰਡਾਂ 'ਚੋਂ ਅਸੀਂ 80 ਤੋਂ 85 ਪਿੰਡਾਂ 'ਚ ਅਸੀਂ ਅੱਧ 'ਚ ਹੈ, ਬਾਕੀ ਸਿਆਸੀ ਪਾਰਟੀਆਂ ਅੱਧ 'ਚ ਨੇ। 35 ਕੁ ਪਿੰਡਾਂ 'ਚ ਅਸੀਂ ਜਿਹੜੇ ਛੋਟੇ ਆ ਉੱਥੋਂ 100 50 ਇਕੱਲੇ ਵੱਧ ਰਹੇ ਹਾਂ। 67 ਤੋਂ 65 ਹਜ਼ਾਰ ਤੱਕ ਸਾਡਾ ਐਨਾਲਿਸਿਸ ਆ, ਅਸੀਂ 25-30 ਹਜ਼ਾਰ ਦੀ ਵੱਡੀ ਲੀਡ ਤੇ ਅਸੀਂ ਜਿੱਤਾਂਗੇ। ਮਾਨ ਸਾਹਿਬ ਮਤਲਬ ਅਸੀਂ ਟਿੱਚ ਨਹੀਂ ਸਮਝਦੇ। ਤੇ ਜਿਹੜਾ ਅਸਲੀ ਪੰਜਾਬੀ ਦਾ ਮੁਹਾਵਰਾ ਹੈ ਉਹ ਮੈਂ ਕਹਿਣਾ ਨਹੀਂ ਚਾਹੁੰਦਾ, ਕਿਉਂ ਕਰਕੇ ਫਿਰ ਲੋਕ ਮੇਰੇ ਨਾਲ ਗੁੱਸੇ ਹੋ ਜਾਂਦੇ ਹੈ। ਕਿਉਂ ਕਰਕੇ ਇੱਕ ਵਾਰੀ ਮੈਂ ਕਹਿਤਾ ਸੀ ਅਸੀਂ ਉਹਦਾ ਇਹ ਨਹੀਂ ਕਰਦੇ, ਇਹ ਫਿਰ ਸਾਰੇ ਗੁੱਸੇ ਹੋ ਗਏ ਸੀ ਮੇਰੇ ਨਾਲ। ਉਹ ਨਹੀਂ ਮੈਂ ਕਹਿੰਦਾ, ਪਰ ਇਹ ਕਹਿੰਦਾ ਕਿ ਟਿੱਚ ਨਹੀਂ ਸਮਝਦੇ। ਟਿੱਚ ਹਾਂ। ਮਾਨ ਸਾਹਿਬ, ਇੱਕ ਜਿਹੜਾ ਆਪਾਂ ਵੀ ਗੱਲ ਦੀਪ ਸਿੱਧੂ ਜੀ ਦੀ ਗੱਲ ਕਰਦੇ ਆ, ਤੁਹਾਡੇ ਹੱਕ 'ਚ ਆਏ ਸੀਗੇ, ਉਸ ਤੋਂ ਬਾਅਦ ਚਲੋ ਜਿਹੜੀ ਦਰਦਨਾਕ ਉਹਨਾਂ ਦੀ ਮੌਤ ਵੀ ਹੋਈ ਹੈ। ਹੁਣ ਤੁਹਾਨੂੰ ਕੀ ਲੱਗ ਰਿਹਾ ਹੈਗਾ, ਤੁਸੀਂ ਪੈਰਵਾਈ ਕਿਵੇਂ ਕਰੋਗੇ ਉਹਨਾਂ ਦੇ ਲਈ? ਕਿਉਂਕਿ ਲੋਕ ਇਹ ਵੀ ਮੰਨ ਰਹੇ ਨੇ ਕਿ ਉਹ ਇੱਕ ਪਲੈਨਡ ਸੀਗਾ ਜੋ ਵੀ ਸੀਗਾ। ਤੁਸੀਂ ਕੀ ਸੋਚ ਰਹੇ ਹੁਣ ਉਹਦੇ ਲਈ? ਹਾਂ, ਅਸੀਂ ਤਾਂ ਸੋਚਦੇ ਹਾਂ ਕਿ ਪਿੱਛੇ ਇਹਨਾਂ ਦੇ ਮੋਟਰ ਲੱਗੀ ਹੋਈ ਸੀ ਇੰਟੈਲੀਜੈਂਸ ਦੀ, ਜਿਹਦੇ ਨਾਲ ਗੱਠਜੋੜ ਟਰੱਕ ਡਰਾਈਵਰ ਦੇ ਨਾਲ ਸੀਗਾ। ਤੇ ਟਰੱਕ ਡਰਾਈਵਰ ਦੇ ਅੱਗੇ ਕੋਈ ਕਾਰ ਜਾਂ ਬਾਈਸਾਈਕਲ ਤਾਂ ਆਇਆ ਨਹੀਂ। ਉਹਨੇ ਇੱਕਦਮ ਕਿਉਂ ਤਕੜੀਆਂ ਬ੍ਰੇਕਾਂ ਮਾਰੀਆਂ, ਜਿਹੜਾ ਸੜਕ ਦੇ ਨਿਸ਼ਾਨ ਥੱਲੇ ਤੱਕ ਸੜਕ ਤੋਂ ਘੁਸ ਗਏ। ਤੇ ਇਸ਼ਾਰਾ ਉਹਨੂੰ ਸੀਗਾ ਕਿ ਜਦੋਂ ਸਿੱਧੂ ਸਾਹਿਬ ਦੀ ਕਾਰ ਨੇੜੇ ਆਊਗੀ ਤੂੰ ਉਹਦੇ ਅੱਗੇ ਬ੍ਰੇਕਾਂ ਮਾਰ ਦੇਣੀਆਂ। ਤੇ ਇਹ ਤਾਂ ਕਰਾਇਆ ਗਿਆ, ਕਿਉਂ ਕਰਕੇ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਹੋਈ ਸੀ ਮੈਨੂੰ ਪਤਾ ਲੱਗਿਆ ਸੀ, ਉਹਨਾਂ ਨੇ ਦੱਸਿਆ ਵੀ ਸੀ ਕਿ 3 ਦਿਨ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੱਤਾ ਗਿਆ, ਸੌਣ ਨਹੀਂ ਦਿੱਤਾ। ਤੇ ਸਾਰੀਆਂ ਜਿੰਨੀਆਂ ਵੀ ਖੁਫੀਆ ਏਜੰਸੀਆਂ ਇੰਡੀਆ ਦੀਆਂ ਤੇ ਮਿਲਟਰੀ ਇੰਟੈਲੀਜੈਂਸ ਸਾਰੇ ਉੱਥੇ ਉਹਨਾਂ ਨੂੰ ਇੰਟਰੋਗੇਟ ਕਰਦੇ ਰਹੇ ਹੈ। ਪਰ ਬਹੁਤ ਵੱਡੀ ਅਜੀਬ ਗੱਲ ਇਹ ਹੈ ਕਿ ਦਿੱਲੀ ਦਾ DGP ਮੁੱਖ ਕੋਤਵਾਲ, ਡਾਇਰੈਕਟਰ ਜਨਰਲ ਆਫ ਪੁਲਿਸ, ਉਹ ਵੀ ਆਇਆ ਉਹਨਾਂ ਨੂੰ ਪੁੱਛਗਿੱਛ ਉਹਨਾਂ ਦੀ ਕਰਨ ਦੇ ਲਈ। ਤੇ ਉਹਨੇ ਕਿਹਾ ਕਿ ਸਾਡਾ ਭਾਰਤ ਬਹੁਤ ਤਕੜਾ ਦੇਸ਼ ਹੈ ਤੇ ਜਿਹੜਾ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਕਦੇ ਵੀ ਅਸੀਂ ਉਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਸੋ ਐਡੀ ਵੱਡੀ ਧਮਕੀ DGP ਨੇ, ਜਿਹੜਾ ਕਦੇ ਵੀ ਇੰਟਰੋਗੇਸ਼ਨ ਦੇ ਲਈ ਨਹੀਂ ਆਉਂਦਾ। ਇਹ ਕੰਮ ਹੁੰਦਾ ਥਾਣੇ ਠੂਣੇਦਾਰਾਂ ਦਾ, ਤੇ ਵੱਡੇ ਵੱਡੇ ਅਫਸਰ ਆਏ। ਤੇ ਇਹ ਮਾਇਨੇ ਰੱਖਦਾ ਕਿ ਇਹਦੇ ਪਿੱਛੇ ਹਕੂਮਤ ਦਾ ਹੱਥ ਹੈ ਕਿ ਜੋ ਸਿੱਧੂ ਸਾਹਿਬ ਦੇ ਨਾਲ ਉਸ ਦਿਨ ਕੀਤਾ ਗਿਆ। ਮਾਨ ਸਾਹਿਬ, ਇਹ ਵੀ ਜ਼ਰੂਰ ਸਾਂਝਾ ਕਰੋ, ਤੁਹਾਨੂੰ ਦੀਪ ਸਿੱਧੂ ਕਦੋਂ ਮਿਲੇ ਸੀ ਪਹਿਲੀ ਵਾਰ ਤੇ ਕਿਵੇਂ ਮੁਲਾਕਾਤ ਹੋਈ? ਜਿਹੜੀ ਫਿਰ ਤੁਹਾਡੀ ਇੰਨੀ ਸਪੋਰਟ 'ਚ ਆਉਂਦੇ ਸੀ ਉਹਦਾ ਕਾਰਨ ਕੀ ਸੀ? ਕਿੰਨਾ ਮੰਨਦੇ ਹੋ ਜਿਹੜਾ ਰੋਲ ਤੁਹਾਡੇ ਲਈ ਪਲੇ ਕੀਤਾ ਉਹਨਾਂ ਨੇ? ਉਹ ਸੋਚ ਦੇ ਕੀਤਾ ਸੀ ਜੀ, ਉਹਨਾਂ ਦੀ ਸੋਚ ਸੀਗੀ, ਉਹਨਾਂ ਦੀ ਕੌਮੀਅਤ ਦੀ ਸੋਚ ਸੀਗੀ। ਉਹ ਬੜੇ ਵੱਡੇ ਲੰਡਨ ਦੇ ਕਾਲਜ ਦੇ
ਤੋਂ ਵਕਾਲਤ ਕਰਕੇ ਆਏ ਸੀ ਕਿੰਗਸ ਕਾਲਜ ਤੋਂ। ਤੇ ਜੇ ਉਹ 1947 ਦੇ ਵਿੱਚ ਹੁੰਦੇ, ਕਿਉਂ ਕਰਕੇ ਪਾਕਿਸਤਾਨ, ਇੰਡੀਆ ਤੇ ਬਰਤਾਨੀਆ ਨੇ ਜਿਹੜਾ ਵੰਡ ਕੀਤੀ ਹੈ ਦੇਸ਼ਾਂ ਦੀ, ਉਹ ਮੇਚ ਤੇ ਹੋਈ ਹੈ। ਤੇ ਉਸ ਵੇਲੇ ਹਿੰਦੂਆਂ ਦੇ ਬਹੁਤ ਤਕੜੇ ਵਕੀਲ ਸੀ ਗਾਂਧੀ ਤੇ ਨਹਿਰੂ, ਜਿਹੜੇ ਵਲੈਤ ਤੋਂ ਕਾਨੂੰਨ ਪੜ੍ਹ ਕੇ ਆਏ ਸੀਗੇ। ਤੇ ਮੁਸਲਮਾਨਾਂ ਕੋਲੇ ਸੀ ਮੁਹੰਮਦ ਅਲੀ ਜਿਨਾਹ, ਉਹ ਵੀ ਵਲੈਤ ਤੋਂ ਵਕਾਲਤ ਕਰਕੇ ਆਏ ਸੀਗੇ। ਜੇ ਉਸ ਦਿਨ ਕਿੰਗਸ ਕਾਲਜ ਦਾ ਪੜ੍ਹਿਆ ਹੋਇਆ ਸਿੱਧੂ ਸਾਹਿਬ ਮੇਜ਼ ਤੇ ਬੈਠਾ ਹੁੰਦਾ, ਸਾਨੂੰ ਸਿੱਖਾਂ ਨੂੰ ਵੀ ਆਪਣਾ ਤੀਜਾ ਹਿੱਸਾ ਮਿਲ ਜਾਣਾ ਸੀਗਾ। ਤਾਂ ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਉਹਨਾਂ ਨੂੰ ਕਿੰਨਾ ਖਾਸੀਅਤ ਤੇ ਇੰਪੋਰਟੈਂਸ ਦਿੰਦੇ ਆ। ਕਦੋਂ ਮੁਲਾਕਾਤ ਹੋਈ ਸੀ ਤੇ ਕਿਵੇਂ ਜੀ, ਉਹ ਵੀ ਸਾਂਝੀ ਕਰੋ ਪਲੀਜ਼। ਹਾਂ, ਮੇਰੀ ਹੋਈ ਸੀ ਜਦੋਂ ਉਹ ਜੇਲ੍ਹ 'ਚੋਂ ਛੁੱਟੇ ਸੀਗੇ ਤੇ ਮੇਰੇ ਘਰ ਮੇਰੇ ਡਰਾਇੰਗ ਰੂਮ 'ਚ ਆਏ ਸੀ। ਉਹਨਾਂ ਨੂੰ ਮੈਂ ਸਾਫਾ ਪਹਿਨਾਇਆ, ਉਹਨਾਂ ਨੇ ਮੈਨੂੰ ਤਕਲੀਫਾਂ ਦੱਸੀਆਂ, ਸਾਰਾ ਕੁਛ। ਉਸ ਤੋਂ ਬਾਅਦ ਆਪਾਂ ਇਕੱਠੇ ਚੱਲਣ ਲੱਗ ਪਏ। ਜਦੋਂ ਇਹ ਕਿਸਾਨਾਂ ਦਾ ਜਿਹੜਾ ਮੋਰਚਾ ਸੀ ਉਹ ਸਮਾਪਤ ਹੋਇਆ, ਫਿਰ ਸ਼ੰਭੂ ਜਦੋਂ ਆਏ ਉਦੋਂ ਵੀ ਮੈਂ ਉਹਨਾਂ ਨੂੰ ਜੀ ਆਇਆਂ ਕਿਹਾ, ਸਾਰੇ ਕਿਸਾਨਾਂ ਨੂੰ। ਪਰ ਉਦੋਂ ਵੀ ਕੋਈ ਵੀ ਸ਼ੰਭੂ 'ਤੇ ਕੋਈ ਬੀਜੇਪੀ ਦਾ, ਬਾਦਲ ਦਲ ਦਾ, ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ ਜਾਂ ਹੋਰ ਕਿਸੇ ਪਾਰਟੀ ਦਾ ਨੁਮਾਇੰਦਾ ਉੱਥੇ ਨਹੀਂ ਆਇਆ। ਜਿਵੇਂ ਸੰਸਕਾਰ ਕੀਤਾ ਗਿਆ ਸਰਦਾਰ ਦੀਪ ਸਿੰਘ ਸਿੱਧੂ ਦਾ, ਉਦੋਂ ਵੀ ਕੋਈ ਸੰਤ ਸਮਾਜ ਨਹੀਂ ਆਈ, ਕੋਈ ਦਮਦਮੀ ਟਕਸਾਲ ਨਹੀਂ ਆਈ, ਕੋਈ ਬਾਦਲ ਦਲ ਤੋਂ ਨਹੀਂ ਆਇਆ, ਕੋਈ ਕਾਂਗਰਸ ਦਾ ਨੁਮਾਇੰਦਾ ਨਹੀਂ ਆਇਆ, ਕੋਈ ਆਮ ਆਦਮੀ ਪਾਰਟੀ ਦਾ ਨਹੀਂ ਆਇਆ ਤੇ ਬੀਜੇਪੀ ਦਾ ਨਹੀਂ ਆਇਆ। ਜਿੰਨੀਆਂ ਵੀ ਪਾਰਟੀਆਂ ਇੱਥੇ ਕਾਮਰੇਡਾਂ ਦਾ ਨਹੀਂ ਆਇਆ। ਸੋ ਮੇਰਾ ਮਤਲਬ ਹੈ ਕਿ ਉਹਨਾਂ ਨੂੰ ਇੰਡੀਆ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਹੈ, ਉਹਨਾਂ ਨੇ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਕਰਤਾ ਸੀਗਾ। ਪਰ ਸਿੱਖ ਕੌਮ ਨੇ ਜਿਹੜਾ ਉਹਨਾਂ ਨੂੰ ਨਿੱਘ ਦਿੱਤਾ, ਉਹ ਹੁਣ ਹਕੂਮਤ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਉਹ ਵੀ ਸਾਡੀ ਕਦਰ ਕਰਿਆ ਕਰਨਗੇ। ਇਹ ਕਾਂਗਰਸੀ, ਇਹ ਬੀਜੇਪੀ ਵਾਲੇ, ਆਮ ਆਦਮੀ ਪਾਰਟੀ, ਇਹ ਬਾਦਲ ਦਲੀਏ, ਜਿਹੜਾ ਮਰਜ਼ੀ ਆ ਜੇ, ਹੁਣ ਸਿੱਖ ਕੌਮ ਦੀ ਕਦਰ ਹੋਇਆ ਕਰੂਗੀ। ਮਾਨ ਸਾਹਿਬ, ਆਖਰੀ ਸਵਾਲ ਜੀ, ਚੋਣਾਂ ਤੇ ਕੀ ਇੰਪੈਕਟ ਪਊਗਾ? ਕਿਉਂਕਿ ਬਿਲਕੁਲ ਥੋੜੇ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਹੈ ਅਚਨਚੇਤ ਜਿਹੜੀ ਡੈਥ ਹੋ ਗਈ ਸੀ, ਉਹਦਾ ਕੀ ਇੰਪੈਕਟ ਦੇਖ ਰਹੇ ਹੋ ਇਲੈਕਸ਼ਨ? ਤੁਹਾਨੂੰ ਦੱਸਦਾ, ਮੈਂ ਨਹੀਂ ਕਹਿ ਸਕਦਾ ਕਿਉਂ ਕਰਕੇ ਸੈਂਟਰ ਦੇ ਹੱਥ ਦੇ ਵਿੱਚ ਫੈਸਲੇ ਹੈਗੇ ਹੈ। EVM ਮਸ਼ੀਨਾਂ ਉਹਨਾਂ ਦੇ ਕੋਲੇ ਹੈ। ਜੇ ਉਹਨਾਂ ਨੇ ਚਿੱਪ ਆਪਣੇ ਹੱਕ ਦੇ ਲਾਤੇ, ਫਿਰ ਨਤੀਜੇ ਹੋਰ ਹੋ ਸਕਦੇ ਆ। ਸੋ ਮੈਂ ਹਿੰਦੂਤਵ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ ਬੜੇ ਜਾਦੂਗਰ ਹੈ, ਇਹ ਚਨਕੀਆ ਤੌਰ ਦੇ ਨਾਲ ਚੱਲਦੇ ਹੈ ਤੇ ਅਸੀਂ ਸਿੱਧੇ ਸੁੱਧੇ ਲੋਕ ਹੈ ਤੇ ਅਸੀਂ ਇਹਨਾਂ 'ਚ ਫਸ ਜਾਂਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਗੁਰਦੁਆਰਾ ਸਾਹਿਬ 'ਚ ਕਿਹਾ ਕਿ ਜੇ ਸਤਬੀਰ ਸਿੰਘ ਜੀ ਤੇ ਮੈਂ ਦਿੱਲੀ ਦੇ ਵਿੱਚ ਜਾ ਕੇ ਇਲੈਕਸ਼ਨ ਲੜੀਏ ਤਾਂ ਉੱਥੇ ਸਾਨੂੰ ਦੋਨਾਂ ਨੂੰ ਕੋਈ ਵੋਟ ਦਊਗਾ, ਪਰ ਦਿੱਲੀ ਦਾ ਇੱਥੇ ਆ ਜੇ ਤਾਂ ਬੱਲੇ ਬੱਲੇ ਹੋ ਜਾਂਦੀ ਹੈ, ਉਹਨੂੰ ਵੋਟਾਂ ਹੀ ਵੋਟਾਂ। ਸੋ ਮੇਰਾ ਮਤਲਬ ਹੈ ਕਿ ਇਸ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਆਪਣੀ ਕੌਮੀਅਤ ਨੂੰ ਸਮਝਣਾ ਪਊਗਾ। ਹਾਂ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਗੱਲਬਾਤ ਕਰ ਰਹੇ ਸੀ ਸਿਮਰਨਜੀਤ ਸਿੰਘ ਮਾਨ ਦੇ ਨਾਲ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਹਲਕਾ ਅਮਰਗੜ੍ਹ ਤੋਂ ਇਲੈਕਸ਼ਨ ਲੜੇ ਨੇ ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਲੈਕਸ਼ਨ ਜਿਹੜੇ ਕੰਟੈਸਟ ਕੀਤੇ ਨੇ ਉਸ ਦਾ ਜਿਹੜਾ ਲੋਕਾਂ ਦਾ ਮੈਂਡੇਟ ਹੈ ਕਿਵੇਂ ਦਾ ਹੋਊਗਾ, ਮਾਨ ਸਾਹਿਬ ਨੂੰ ਕਾਮਯਾਬੀ ਮਿਲਦੀ ਹੈ ਜਾਂ ਨਹੀਂ, ਵਿਧਾਨ ਸਭਾ ਜਾਂਦੇ ਨੇ ਤਾਂ ਉੱਥੇ ਕਿਹੜੇ ਕਿਹੜੇ ਮੁੱਦੇ ਚੱਕਣਗੇ, ਉਹ ਵੀ ਸਾਰੀ ਗੱਲਬਾਤ ਕੀਤੀ ਹੈ। ਦੀਪ ਸਿੱਧੂ ਬਾਰੇ ਵੀ ਖੁੱਲ੍ਹ ਕੇ ਬੋਲੇ ਨੇ। ਅਹਿਮਦਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।